ਗਿਆਨ ਸਮੁੰਦਰ ਬਾਣੀ ਦੇ ਬੋਹਿਤ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਜੇ ਹੋਏ ਪਾਵਨ ਦਰਬਾਰ ਨਿੱਘੀ ਗੋਦ ਵਿੱਚ ਜੁੜ ਮਿਲ ਬੈਠ ਕੇ ਬੜੇ ਪਿਆਰ ਦੇ ਨਾਲ ਆਪ ਸੰਗਤਾਂ ਸਤਿਗੁਰਾਂ ਦੇ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਬਹੁਤ ਵੱਡੇ ਭਾਗ ਨੇ ਜੋ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਓ ਸਤਿਗੁਰਾਂ ਦਾ ਅੰਮ੍ਰਿਤ ਇਤਿਹਾਸ ਸਰਵਣ ਕਰਨ ਵਾਸਤੇ ਮਨ ਇਕਾਗਰ ਕਰਕੇ ਸੁਰਤੀ ਜੋੜੀਏ, ਰਸਨਾ ਪਵਿੱਤਰ ਕਰੀਏ, ਪਿਆਰ ਦੇ ਨਾਲ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪ੍ਰਭਾਤੀ ਰਾਗ ਭੋਗ ਗੁਰ ਪਾਏ, ਚਾਰੇ ਭਗਤਾ ਕੇ ਕਾਨਾ ਪੀਲੋ ਛੱਜੂ ਸ਼ਾਹ ਹੁਸੈਨ ਮੁੜ ਜਾਂਦੇ ਨੇ। ਸਤਿਗੁਰੂ ਮਹਾਰਾਜ ਦੀ ਬਾਣੀ ਦੀ ਰਚਨਾ ਨਿਰੰਤਰ ਚੱਲਦੀ ਰਹਿੰਦੀ ਹੈ। ਪ੍ਰਭਾਤੀ ਰਾਗ ਤੱਕ ਮਹਾਰਾਜ ਜੀਆਂ ਨੇ ਰਾਗ ਦੀ ਸੰਪੂਰਨਤਾ ਕੀਤੀ। ਰਾਗ ਭੈ ਪੂਰ ਸੁਹਾਏ, ਕਿਉਂ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ ਤੱਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਾਣੀ ਦੀ ਰਚਨਾ ਕਰਕੇ ਭਾਈ ਗੁਰਦਾਸ ਜੀ ਕੋਲੋਂ ਸੰਪੂਰਨਤਾ ਕੀਤੀ ਹੈ ਰਾਗਾਂ ਦੀ। ਭਗਤ ਸਿੰਘ ਤਬ ਅਰਜ ਸੁਣਾਈ, ਭਗਤ ਸਿੰਘ ਬੇਨਤੀ ਕਰਦਾ ਭਾਈ ਮਨੀ ਸਿੰਘ ਜੀਆਂ ਨੂੰ, ਸਭ ਰਾਗਣ ਦੇਹੋ ਨਾਮ ਬਤਾਈ। ਆਖਿਆ ਵੀ ਇਹਨਾਂ ਸਾਰੇ ਰਾਗਾਂ ਦੇ ਨਾਮ ਵੀ ਗਿਣਤੀ ਕਰਕੇ ਦੱਸੋ। ਮਨੀ ਸਿੰਘ ਕੋ ਸੁਣੋ ਪਿਆਰੇ, ਮਨੀ ਸਿੰਘ ਜੀ ਕਹਿੰਦੇ ਨੇ ਸੁਣੋ ਧਿਆਨ ਦੇ ਨਾਲ। ਸਾਰੇ ਰਾਗਾਂ ਦੇ ਤਰਤੀਬ ਵਾਰ ਨਾਮ ਉਚਾਰਨ ਕਰਦੇ ਹਨ। ਭਿੰਨ ਭਿੰਨ ਸੁਨ ਰਾਗ ਸੁਧਾਰੇ, ਜੋ ਸਤਿਗੁਰੂ ਮਹਾਰਾਜ ਨੇ ਬਾਣੀ ਰਚਨਾ ਕੀਤੀ ਰਾਗਾਂ ਦੇ ਵਿੱਚ ਭਿੰਨ ਭਿੰਨ ਸਾਰੇ ਰਾਗ ਕਵੀ ਜੀਆਂ ਨੇ ਇੱਥੇ ਫਿਰ ਉਹਨਾਂ ਦੀ ਰਚਨਾ ਕੀਤੀ ਹੈ। ਸ੍ਰੀ ਰਾਗ ਪੁਨ ਮਾਝ ਪਛਾਨੋ, ਸਭ ਤੋਂ ਪਹਿਲਾ ਸ੍ਰੀ ਰਾਗ ਹੈ, ਦੂਸਰਾ ਮਾਝ ਰਾਗ ਹੈ। ਗੌੜੀ ਆਸਾ ਗੁਜਰੀ ਜਾਨੋ, ਗੌੜੀ ਰਾਗ ਤੀਜਾ ਹੈ, ਆਸਾ ਰਾਗ ਚੌਥਾ ਹੈ, ਗੂਜਰੀ ਰਾਗ ਪੰਜਵਾਂ ਹੈ। ਦੇਵ ਗੰਧਾਰ ਬਿਹਾਗ ਅਨੂਪ, ਦੇਵ ਗੰਧਾਰੀ ਛੇਵਾਂ ਰਾਗ ਹੈ, ਬਿਹਾਗੜਾ ਸੱਤਵਾਂ ਰਾਗ ਹੈ। ਬੜਾ ਹੰਸ ਸੋਰਠ ਧਨਾਸਰੀ ਰੂਪ, ਬੜਾ ਹੰਸ ਅੱਠਵਾਂ ਰਾਗ ਹੈ, ਸੋਰਠ ਨੌਵਾਂ ਰਾਗ ਹੈ। ਧਨਾਸਰੀ ਰੂਪ ਦਸਵਾਂ ਧਨਾਸਰੀ ਰਾਗ ਆ ਜਾਂਦਾ ਹੈ। ਜੈਤ ਸ੍ਰੀ ਟੋਡੀ ਬੈਰਾੜੀ, ਫਿਰ ਇਸੇ ਤਰ੍ਹਾਂ 11ਵਾਂ ਜੈਤ ਸ੍ਰੀ ਟੋਡੀ ਰਾਗ 12ਵਾਂ। ਇਸੇ ਤਰ੍ਹਾਂ ਹੀ ਬੈਰਾੜੀ ਰਾਗ ਭਾਵੇਂ ਇੱਕੇ ਪੰਨਾ ਉਹਦਾ 13ਵਾਂ ਰਾਗ ਆ ਜਾਂਦਾ ਹੈ। ਤਲੰਗ ਸੁਹੀ ਬਿਲਾਵਲ ਗਾੜੀ, ਇਸੇ ਤਰ੍ਹਾਂ ਫਿਰ ਤਲੰਗ ਰਾਗ ਆ ਜਾਂਦਾ ਹੈ, ਸੂਹੀ ਰਾਗ ਆ ਜਾਂਦਾ ਹੈ। ਗੌਂਡ ਰਾਮ ਕਲੀ ਔਡ ਨਟ ਧਾਰੀ, ਫੇਰ ਗੌਂਡ ਰਾਗ ਆ ਜਾਂਦਾ ਹੈ, ਰਾਮ ਕਲੀ ਰਾਗ ਆ ਜਾਂਦਾ ਹੈ। ਨਟ ਨਾਰਾਇਣ ਕਹਿੰਦੇ ਨੇ, ਨਟ ਨਾਰਾਇਣ ਰਾਗ ਦੀ ਵੀ ਮਹਾਰਾਜ ਨੇ ਰਚਨਾ ਕੀਤੀ। ਮਾਲੀ ਗੌੜਾ ਮਾਰੂ ਤੁਖਾਰੀ, ਮਾਲੀ ਗੌੜਾ ਰਾਗ ਆ ਜਾਂਦਾ ਹੈ। ਉਸ ਤੋਂ ਬਾਅਦ ਮਾਰੂ ਰਾਗ ਆ ਜਾਂਦਾ ਹੈ। ਮਾਰੂ ਤੋਂ ਬਾਅਦ ਤੁਖਾਰੀ ਰਾਗ ਹੈ। ਕੇਦਾਰਾ ਭੈਰੋਂ ਬਾਸੰਤ, ਕੇਦਾਰਾ ਰਾਗ ਹੈ। ਉਸ ਤੋਂ ਬਾਅਦ ਭੈਰੋਂ ਰਾਗ ਹੈ, ਬਸੰਤ ਰਾਗ ਹੈ। ਸਾਰੰਗ ਮਲਹਾਰ ਕਾਨੜਾ ਸੰਤ, ਸਾਰੰਗ ਰਾਗ ਹੈ, ਮਲਹਾਰ ਰਾਗ ਹੈ, ਕਾਨੜਾ ਰਾਗ ਹੈ। ਦੋਹਰਾ ਕਲਿਆਣ ਪ੍ਰਭਾਤੀ ਵਿੰਸ ਦਸ, ਇਸ ਤਰ੍ਹਾਂ ਜਿਹੜਾ ਕਲਿਆਣ ਰਾਗ 29ਵਾਂ, ਪ੍ਰਭਾਤੀ ਰਾਗ 30ਵਾਂ ਹੈ। ਇਉਂ 20 ਤੇ 10 30 ਰਾਗ
ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਬਾਣੀ 30 ਰਾਗਾਂ ਦੇ ਵਿੱਚ ਉਚਾਰਨ ਕੀਤੀ ਹੈ। ਇੱਥੇ ਨਾਲ ਇਹ ਵੀ ਦੱਸ ਦਈਏ, ਜੋ ਪਾਵਨ ਸਰੂਪ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਵਾਏ, ਉਹਨਾਂ ਦੇ ਵਿੱਚ 30 ਰਾਗਾਂ 'ਚ ਹੀ ਬਾਣੀ ਹੈ। 31ਵਾਂ ਰਾਗ ਹੈ ਜੋ ਅੱਜ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਰਾਗ ਜੈ ਜੈਵੰਤੀ ਮਹੱਲਾ ਨਾਵਾਂ। ਜੈ ਜੈਵੰਤੀ 31ਵਾਂ ਰਾਗ ਹੈ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। 31 ਰਾਗ ਨੇ ਜੋ ਅੱਜ ਤਖ਼ਤ 'ਤੇ ਬਿਰਾਜਮਾਨ ਨੇ ਸਤਿਗੁਰੂ ਜੀ। ਸੋ ਇਸ ਤਰ੍ਹਾਂ ਪਰ ਸਤਿਗੁਰੂ ਪਾਤਸ਼ਾਹ ਨੇ 30 ਰਾਗਾਂ ਦੇ ਵਿੱਚ ਬਾਣੀ ਸੰਪੂਰਨ ਕਰ ਦਿੱਤੀ। ਕਹੇ ਰਾਗ ਪ੍ਰਗਟਾਏ। ਇਸ ਤਰ੍ਹਾਂ ਇਹ ਸਾਰੇ ਰਾਗ ਕਵੀ ਜੀਆਂ ਨੇ ਆਪਣੀ ਰਚਨਾ ਕਰਕੇ ਪ੍ਰਗਟ ਕੀਤੇ ਨੇ। ਜੇ ਕੰਠ ਕਰਨੇ ਹੋਣ ਤਾਂ ਇਹ ਕੰਠ ਕਰ ਕੀਤੇ ਜਾ ਸਕਦੇ ਨੇ ਇਸ ਤਰ੍ਹਾਂ ਸੌਖੇ ਤਰੀਕੇ ਨਾਲ। ਸਹੰਸ ਕਿਰਤੀ ਸਲੋਕ ਪੁਨ। ਇਹਦੋਂ ਅੱਗੇ ਫਿਰ ਸਹੰਸ ਕਿਰਤੀ ਸਹਿਸ ਕਿਰਤੀ ਵੀ ਕਹਿੰਦੇ ਨੇ, ਸੰਸਕ੍ਰਿਤ ਵੀ ਕਹਿ ਦਿੰਦੇ ਹਨ, ਕਿਉਂਕਿ ਸਹਿਸ ਕਿਰਤੀ ਸੱਸਾ ਹਾਹਾ ਸੱਸਾ ਕਿਰਤੀ। ਸਹਿਸ ਨਾਮ ਹਜ਼ਾਰ ਦਾ, ਹਜ਼ਾਰ ਮੁਖਾਂ ਵਾਲੇ ਜੋ ਸ਼ੇਸ਼ ਨਾਗ ਹੋਇਆ ਉਹਦੇ ਮੁਖੋਂ ਉਚਾਰਨ ਹੋਈ ਮੰਨੀ ਗਈ ਹੈ, ਇਸ ਕਰਕੇ ਉਹਨੂੰ ਸਾਹਸ ਕਰਤੀ। ਹੁਣ ਇਹਦਾ ਦੂਸਰਾ ਰੂਪ ਆਪਾਂ ਸੰਸਕ੍ਰਿਤ ਕਹਿ ਦਿੰਦੇ ਹਾਂ, ਇਹ ਦੂਸਰਾ ਰੂਪ ਹੈ ਇਹਦਾ। ਪਹਿਲੀ ਪੁਰਾਤਨ ਸਾਹਸ ਕਰਤੀ ਹੈ। ਸੋ ਇਸ ਤਰ੍ਹਾਂ ਹੁਣ ਸਤਿਗੁਰੂ ਮਹਾਰਾਜ ਨੇ ਅੱਗੇ ਫਿਰ ਸਾਹਸ ਕਰਤੀ ਲਿਖੀ, ਜੋ ਸਹਿਸ ਕਰਤੀ ਲਿਖਣੀ ਦਾ ਕਾਰਨ ਸੀ। ਆਗੇ ਲਿਖੇ ਬਣਾਏ। ਬੜੇ ਸੁੰਦਰ ਲਿਖੀ ਹੈ ਬਾਣੀ। ਮਨੀ ਸਿੰਘ ਕੇ ਬਚਨ ਸੁਨ। ਭਾਈ ਮਨੀ ਸਿੰਘ ਜੀਆਂ ਤੋਂ ਇਹ ਸੁਣ ਕਰਕੇ ਭਾਈ ਭਗਤ ਸਿੰਘ ਜੀ, ਭਗਤ ਸਿੰਘ ਇਵੇਂ ਆਖ। ਭਾਈ ਭਗਤ ਸਿੰਘ ਬੇਨਤੀ ਕਰਦੇ ਹਨ, ਸਲੋਕ ਸੰਸਕ੍ਰਿਤ ਕਿਮ ਲਿਖੇ। ਕੀ ਆਖਿਆ ਵੀ ਜਿਹੜੇ ਸੰਸਕ੍ਰਿਤੀ ਲਿਖੀ ਹੈ ਇਹ ਕਿਵੇਂ ਲਿਖੀ ਹੈ? ਸੋ ਸੁਣਾਵੋ ਸਾਖ। ਇਹ ਵੀ ਨਾਲ ਹੀ ਦੱਸੋ, ਸੁਣਾਉਣਾ ਕਰੋ ਸਾਨੂੰ। ਚੌਪਈ ਮਨੀ ਸਿੰਘ ਕੈ ਕਥਾ ਨਵੀਨ। ਭਾਈ ਮਨੀ ਸਿੰਘ ਜੀ ਕਹਿਣ ਲੱਗੇ ਵੀ ਤੈਨੂੰ ਇਹ ਵੀ ਸੁਣਾਉਣੇ ਆ, ਬੜੀ ਸੁੰਦਰ ਨਵੀਂ ਕਥਾ ਹੈ। ਬੜ ਵਿਸਾਰ ਯਾਹੇ ਕਾ ਚੀਨ। ਪਰ ਇਹਦੇ ਨਾਲ ਬੜਾ ਗ੍ਰੰਥ ਵੱਧ ਜਾਣਾ ਹੈ। ਕਰ ਸੰਕੋਚ ਸੋ ਤੁਮੈ ਸੁਣਾਉ। ਸੰਕੋਚ ਕਰਕੇ ਥੋੜੇ ਹੀ ਸ਼ਬਦਾਂ ਦੇ ਵਿੱਚ ਬਿਆਨ ਕਰਾਂਗੇ। ਤਾਂ ਤੇ ਤੁਮਰਾ ਹਿਰਦਾ ਸਰਾਉ। ਇਸ ਕਰਕੇ ਤੁਹਾਡੇ ਹਿਰਦੇ ਦੇ ਵਿੱਚ ਕੋਈ ਸ਼ੰਕਾ ਨਾ ਰਹੇ, ਸ਼ੋਭਾ ਪ੍ਰਾਪਤ ਹੋਵੇ ਸੰਸਕ੍ਰਿਤੀ ਦੇ ਉਚਾਰਨ ਦੀ। ਏਕ ਸਮੇਂ ਪੰਡਤ ਦੋ ਆਏ। ਜਦੋਂ ਮਹਾਰਾਜ ਜੀ ਉਹ ਬਾਣੀ ਦੀ ਰਚਨਾ ਕਰ ਰਹੇ ਸੀ ਤਾਂ ਸਤਿਗੁਰੂ ਮਹਾਰਾਜ ਕੋਲ 2 ਪੰਡਤ ਆਏ ਸੀ, ਬ੍ਰਾਹਮਣ ਸੀ। ਕਾਂਸ਼ੀ ਦੇ ਬੜ ਗੁਣੀ ਸੁਣਾਏ। ਬੜੇ ਗੁਣੀ ਸਨ, ਵਿਦਵਾਨ ਸਨ, ਵੇਦਾਂ ਦੇ ਬਖਤਾ ਸੀ। ਕਾਂਸੀ ਤੋਂ ਚੱਲ ਕੇ ਆਏ ਸੀ ਦੋਏ। ਕ੍ਰਿਸ਼ਨ ਲਾਲ ਹਰ ਲਾਲ ਸੋ ਨਾਮ। ਇੱਕ ਦਾ ਨਾਮ ਕ੍ਰਿਸ਼ਨ ਲਾਲ ਸੀ, ਦੂਸਰੇ ਦਾ ਨਾਮ ਹਰੀ ਲਾਲ ਸੀ। ਇਹ ਦੋਏ ਸਕੇ ਭਰਾ ਸਨ। ਦੋ ਭਰਾਤ ਸੁੰਦਰ ਸੁਖ ਧਾਮ। ਜਿਹੜਾ ਬੜਾ ਸੋਹਣੇ ਸੁੱਖਾਂ ਦੇ ਨਾਲ ਕਾਂਸੀਪੁਰੀ ਵਸਦੇ ਸੀ, ਬੜੇ ਆਨੰਦ ਨਾਲ ਰਹਿੰਦੇ, ਵਿਦਿਆ ਪੜ੍ਹੇ ਹੋਏ ਸੀ, ਸੰਸਕ੍ਰਿਤ ਦੇ ਪੂਰਨ ਗਿਆਤਾ ਸੀ। ਆਵਤ ਪੰਥੇ ਮਨ ਧਾਰੀ। ਕਿਉਂ ਮਨ ਦੇ ਵਿੱਚ ਖਾਸ ਕਰਕੇ ਇੱਥੇ ਮੈਂ ਥੋੜ੍ਹੀ ਜਿਹੀ ਗੱਲ ਖੋਲ੍ਹ ਦਿਆਂ। ਇਹ ਦੋਏ ਵਿਦਵਾਨ ਹੋਏ, ਵਿਦਿਆ ਪੜ੍ਹੀ, ਦਾਦੇ ਪੜਦਾਦੇ ਤੋਂ ਚਲੇ ਆ ਰਹੇ ਸਨ। ਪਰ ਇਹ ਵੇਦਾਂ ਨੂੰ ਪੜ੍ਹ ਕੇ ਵਿਚਾਰ ਕੇ ਵੀ ਇਹਨਾਂ ਦੋਹਾਂ ਨੂੰ ਸ਼ਾਂਤੀ ਜੀ ਨਹੀਂ ਆ ਰਹੀ ਸੀ। ਮਨ ਇਹਨਾਂ ਦੇ ਇਹ ਰਹਿੰਦਾ ਸੀ ਕਿ ਇੰਨੀ ਵਿਦਿਆ ਪੜ੍ਹ ਲਈ, ਮਨ ਕਿਉਂ ਨਹੀਂ ਟਿਕਦਾ। ਇੱਕ ਦਿਨ ਇਹਨਾਂ ਨੂੰ ਇਸੇ ਤਰ੍ਹਾਂ ਦੇਖਿਆ ਕਿ ਆਪਾਂ ਆਪਣੇ ਪਿਓ ਦਾਦੇ ਦੇ ਪੁਰਾਣੇ ਗ੍ਰੰਥ ਪਏ ਨੇ, ਇਹਨਾਂ ਨੂੰ ਦੇਖੀਏ। ਉਹਨਾਂ ਨੂੰ ਦੇਖਦਿਆਂ ਇਹਨਾਂ ਨੂੰ ਚਾਹ ਭਾਵ ਕੇ ਸੰਸਕ੍ਰਿਤ ਦਾ ਇੱਕ ਪੱਤਰਾ ਲਿਖਿਆ ਹੋਇਆ ਮਿਲਿਆ। ਇਹਨਾਂ ਨੇ ਜਦੋਂ ਪੜ੍ਹਿਆ ਉਹ ਪ੍ਰੇਮ ਦੇ ਨਾਲ, ਇਉਂ ਪ੍ਰਤੀਤ ਹੋਇਆ ਬੜੀ ਮਨ ਨੂੰ ਸ਼ਾਂਤੀ ਆਈ। ਜੇ ਸ਼ਬਦ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਸੀ, 4 ਸ਼ਬਦ ਸਨ। ਸੋਚਿਆ ਕਿ ਨਾਨਕ ਨਾਮ ਆਇਆ, ਪੁੱਛਿਆ, ਪਤਾ ਕਰਿਆ, ਗੁਰੂ ਨਾਨਕ ਪਾਤਸ਼ਾਹ ਜੀ ਦਾ ਪਤਾ ਲੱਗਿਆ। ਫਿਰ ਹੁਣ ਕੌਣ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਇਉਂ ਮਨ ਦੇ ਵਿੱਚ ਇਹ ਵਿਚਾਰ ਲੈ ਕੇ ਆਏ ਸੀ ਕਿ ਜਿਨ੍ਹਾਂ ਦੇ ਇਹ ਸਿਰਫ
ਥੋੜ੍ਹੇ ਸ਼ਬਦ ਪੜ੍ਹ ਕੇ, ਇੱਕ ਸ਼ਬਦ 4 ਪੌੜੀਆਂ ਨੇ ਸਿਰਫ, ਵੀ ਇਹ ਪੜ੍ਹਨ ਸਾਰ ਹੀ ਇੰਨੀ ਮਨ ਨੂੰ ਸ਼ਾਂਤੀ ਆਉਂਦੀ ਹੈ। ਬਾਕੀ ਬਾਣੀ ਕਿੰਨੀ ਸੁੰਦਰ ਹੋਣੀ ਆ ਉਹਨਾਂ ਦੀ। ਭਾਵੇਂ ਅਸੀਂ ਵਿਦਵਾਨ ਹਾਂ, ਵਿਦਿਆ ਪੜ੍ਹੇ ਹੋਏ ਹਾਂ, ਵੇਦਾਂ ਸ਼ਾਸਤਰਾਂ ਦੇ ਗਿਆਤਾ ਹਾਂ, ਪਰ ਮਨ ਨੂੰ ਟਿਕਾ ਨਹੀਂ ਆ ਰਿਹਾ। ਇਸ ਕਰਕੇ ਕਾਂਸੀ ਤੋਂ ਚੱਲ ਕੇ ਆਏ ਸੀ। ਕੁਛ ਪਤਾ ਵੀ ਲੱਗਿਆ ਕਿ ਗੁਰੂ ਨਾਨਕ ਮਹਾਰਾਜ ਆਏ ਸਨ, ਜਾਣਕਾਰੀ ਵੀ ਹੋਈ ਸਤਿਗੁਰਾਂ ਦੇ ਆਉਣ ਦੀ। ਇਸ ਕਰਕੇ ਮਹਾਰਾਜ ਦੇ ਚਰਨਾਂ 'ਚ ਦੋਏ ਪਹੁੰਚੇ, ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਗੁਰੂ ਨਾਨਕ ਥੇ ਰੂਪ ਮੁਰਾਰੀ। ਆਖਿਆ ਧੰਨ ਗੁਰੂ ਨਾਨਕ ਦੇ ਮਹਾਰਾਜ ਨਿਰੰਕਾਰ ਦਾ ਜੋ ਸਰੂਪ ਸਨ। ਆਸ ਤਖਤ ਅਰਜਨ ਗੁਰ ਸੋਹਤ। ਉਹਨਾਂ ਦੇ ਤਖਤ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਰਾਜਮਾਨ ਹਨ। ਦੇਖ ਪ੍ਰਤਾਪ ਸੁਣੇ ਮਨ ਮੋਹਤ। ਜਿਨ੍ਹਾਂ ਦਾ ਪ੍ਰਤਾਪ ਦੇਖ ਕੇ ਮਨ ਨੂੰ ਮੋਹ ਲੈਣ ਵਾਲੀ ਜਿਹੜੀ ਬਾਣੀ ਸੁਣ ਕੇ ਆਏ ਹਾਂ। ਯੋਂ ਸੁਣ ਗੁਰੂ ਅਰਜਨ ਢਿਗਿਆਏ। ਇਹ ਸੁਣ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਪਹੁੰਚੇ। ਚਰਨ ਬੰਦ ਮਨ ਮੈਂ ਸੁਖ ਪਾਏ। ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀਤੀ, ਬੰਦਨਾ ਕੀਤੀ, ਮਨ ਨੂੰ ਬੜਾ ਸਕੂਨ ਮਿਲਿਆ, ਸ਼ਾਂਤੀ ਆਈ ਦਰਸ਼ਨ ਕਰਕੇ। ਬਹੁ ਆਦਰ ਤਿਨ ਕਾ ਗੁਰ ਕੀਨੋ। ਸਤਿਗੁਰੂ ਮਹਾਰਾਜ ਨੇ ਬੜਾ ਸਤਿਕਾਰ ਕੀਤਾ ਦੋਹਾਂ ਦਾ। ਪਾਤਸ਼ਾਹ ਅੰਤਰਜਾਮੀ ਜਾਣਦੇ ਸੀ ਕਿ ਸੱਚੇ ਮਨ ਨਾਲ ਆਏ ਨੇ, ਬੜਾ ਪਿਆਰ ਕੀਤਾ ਹੈ। ਇਹ ਬਿਠਾਏ ਨਿਕਟ ਸੁਖ ਦੀਨੋ। ਮਹਾਰਾਜ ਨੇ ਕੋਲ ਬਿਠਾ ਲਏ, ਬੜਾ ਸੁਖ ਦਿੱਤਾ, ਦੋਹਾਂ ਨੂੰ ਬਖਸ਼ਿਸ਼ਾਂ ਕੀਤੀਆਂ। ਦੋਹਰਾ ਸ੍ਰੀ ਸਤਿਗੁਰ ਪੂਛਤ ਭਏ। ਪਾਤਸ਼ਾਹ ਜੀ ਪੁੱਛ ਰਹੇ ਹਨ ਆਪਣੀ ਰਹਿਮਤ ਕਰਕੇ। ਕਹਿੰਦੇ ਆਵਣ ਕੀਨ। ਪੁੱਛਿਆ ਕਿ ਭਾਈ ਕਿੱਥੋਂ ਆਏ ਹੋ, ਤੁਸੀਂ ਕਿੱਥੇ ਦੇ ਵਸਣ ਵਾਲੇ ਹੋ। ਦੋ ਭਰਾਤ ਬੋਲਤ ਭਏ। ਦੋਹਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਫਿਰ ਆਪਣਾ ਪਰਚਾ ਦੱਸਿਆ। ਏ ਪ੍ਰਭ ਤੁਮ ਸਭ ਚੀਨ। ਇਹ ਸਤਿਗੁਰੂ ਆਪ ਸਭ ਜਾਣੀ ਜਾਣ ਹੋ। ਤਦ ਵੀ ਪੁੱਛਿਓ ਕਰ ਕਿਰਪਾ। ਫਿਰ ਵੀ ਆਪ ਨੇ ਸਾਨੂੰ ਪੁੱਛਿਆ ਹੈ, ਕਿਰਪਾ ਕੀਤੀ। ਕਾਂਸ਼ੀ ਤੇ ਹਮ ਆਏ। ਅਸੀਂ ਕਾਂਸ਼ੀ ਤੋਂ ਚੱਲ ਕੇ ਆਏ ਹਾਂ, ਪੂਰੀ ਕਾਂਸ਼ੀ। ਦਰਸ ਤੁਮਾਰੇ ਹਿਤ ਆਏ। ਜਿਹਨੂੰ ਬਨਾਰਸ ਕਹਿੰਦੇ ਨੇ, ਉੱਥੋਂ ਅਸੀਂ ਆਪ ਜੀ ਦੇ ਦਰਸ਼ਨਾਂ ਲਈ ਆਏ ਹਾਂ ਵਿਸ਼ੇਸ਼ਤਾ ਕਰਕੇ। ਜਸ ਸੁਣਿਓ ਅਧਿਕਾਏ। ਕਿਉਂ ਆਪ ਜੀ ਦਾ ਬਹੁਤ ਜਸ ਸੁਣਿਆ ਹੈ, ਸੋਭਾ ਤੱਕੀ ਹੈ। ਚੌਪਾਈ ਏਕ ਸਮੇਂ ਨਾਨਕ ਨਿਰੰਕਾਰੀ। ਕਿਉਂਕਿ ਇੱਕ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੋ ਨਿਰੰਕਾਰ ਸਰੂਪ ਸਨ। ਕਾਂਸ਼ੀ ਗਏ ਗੁਰੂ ਸੁਖ ਧਾਰੀ। ਕਾਂਸੀ ਪਹੁੰਚੇ ਸਨ, ਸੁੱਖਾਂ ਦੇ ਦੇਣ ਵਾਲੇ, ਸੁਖ ਧਾਰੀ, ਸੁੱਖਾਂ ਦੇ ਕਰਨ ਵਾਲੇ। ਮੂੰਹ ਦਾਦੇ ਸੋ ਸੰਗਤ ਭਈ। ਸਾਡੇ ਦਾਦੇ ਨੂੰ ਮਿਲਾਪ ਹੋਇਆ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਆਉਂਦਾ ਇਤਿਹਾਸ ਵਿੱਚ ਇਹਨਾਂ ਦੇ ਦਾਦੇ ਦਾ ਨਾਮ ਬਿਸ਼ਨ ਦੱਤ ਜਾਂ ਬਿਸ਼ਨ ਲਾਲ ਨਾਮ ਸੀ। ਅਨਕ ਭਾਂਤ ਕੀ ਚਰਚਾ ਕਈ। ਇਹਨਾਂ ਦੇ ਨਾਨਾ ਪ੍ਰਕਾਰ ਦੀ ਚਰਚਾ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ। ਬਹੁਰ ਉਪਦੇਸ਼ ਗੁਰੂ ਜੀ ਕੀਨੋ। ਸਤਿਗੁਰੂ ਮਹਾਰਾਜ ਨੇ ਫਿਰ ਉਪਦੇਸ਼ ਕੀਤਾ ਸੀ ਇਸ ਬਿਸ਼ਨ ਦੱਤ ਨੂੰ। ਜੋ ਉਪਦੇਸ਼ ਦਿੱਤਾ ਸੀ ਬਿਸ਼ਨ ਦੱਤ ਨੂੰ, ਉਹ ਉਪਦੇਸ਼ ਹੀ ਇਹ 4 ਸ਼ਬਦ 4 ਪੌੜੀਆਂ ਸੀ ਸੰਸਕ੍ਰਿਤ ਦੇ ਵਿੱਚ। ਖਾਸ ਕਰਕੇ ਜਿਹਨੂੰ ਪੂਰਨ ਗੂੜ ਸਹਸਕ੍ਰਿਤੀ ਕਹਿੰਦੇ ਨੇ, ਉਹ ਨਹੀਂ ਹੈ। ਇਹਦੇ ਵਿੱਚ ਕੁਝ ਸਾਧ ਭਾਸ਼ਾ, ਕਿਉਂ ਮੰਨੋ ਕਿ ਬਹੁਤ ਜ਼ਿਆਦਾ ਜਿਹਨੂੰ ਸੰਸਕ੍ਰਿਤ ਕਹਿ ਦੀ ਉਹਦੇ ਨੇੜੇ ਢੁਕਦੀ ਹੈ। ਮਹਾਰਾਜ ਨੇ ਬੜੀ ਉੱਚੀ ਬਾਣੀ ਉਚਾਰਨ ਕੀਤੀ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਸੀ। ਕਿਉਂਕਿ ਜਿਹੜਾ ਬਿਸ਼ਨ ਦੱਤ ਸੀ ਇਹ ਵੀ ਹੰਕਾਰੀ ਸੀ, ਇਹਦਾ ਬਾਪ ਵੀ ਹੰਕਾਰੀ ਸੀ। ਫਿਰ ਮਹਾਰਾਜ ਨੇ ਉੱਥੇ ਕੌਤਕ ਕੀਤਾ ਸੀ। ਜਦੋਂ ਕਿਹਾ, ਜਦੋਂ ਪਹੁੰਚੇ, ਇਹ ਚਰਚਾ ਕਰਨ ਵਾਸਤੇ ਆਇਆ ਬਿਸ਼ਨ ਦੱਤ। ਮਹਾਰਾਜ ਕਹਿੰਦੇ ਬਿਸ਼ਨ ਦੱਤ ਤੇਰੇ ਨਾਲ ਕੀ ਕਰਨੀ ਆ ਚਰਚਾ। ਤੇਰਾ ਪਿਓ ਪਹਿਲਾਂ ਇਸੇ ਚਰਚਾ ਦੇ ਨਾਲ ਆ ਦੇਖ ਕੁੱਤਾ ਹੋ ਕੇ ਮਰਿਆ ਸੀ, ਅਜੇ ਉਹਦਾ ਪਿੰਜਰਾ ਪਿਆ ਹੈ। ਤੂੰ ਮਹਾਰਾਜ ਬਾਹਰ ਬੈਠੇ ਸੀ, ਸਥਾਨ ਸੀ। ਸੋ ਇਸ ਬੜੇ ਸੰਗਤਾਂ ਆ ਰਹੀਆਂ ਸੀ, ਇਹ ਤੋਂ ਜਰਿਆ ਨਾ ਗਿਆ ਕਿ ਇੰਨੀਆਂ ਸੰਗਤਾਂ ਕਿਉਂ ਆਉਂਦੀਆਂ ਨੇ। ਫਿਰ ਮਹਾਰਾਜ ਨੇ ਕਿਰਪਾ ਕਰਕੇ ਉਹਤੇ ਰਹਿਮਤ ਕਰਕੇ ਇਹਦੇ ਨਾਲ ਫਿਰ ਗੱਲਾਂ ਕਰਾਈਆਂ ਸੀ। ਕਹਿਣ ਲੱਗਾ ਵੀ ਮੈਂ ਵੀ ਹੰਕਾਰੀ ਸੀ, ਮੈਨੂੰ ਵੀ ਇੱਕ ਮਹਾਂਪੁਰਖ ਨੇ ਸ਼ਰਾਪ ਦੇ ਦਿੱਤਾ ਸੀ, ਤਾਂ ਕੁੱਤੇ ਦੀ ਜੂਨ ਪਿਆ ਵੀ ਕੁੱਤੇ ਵਾਂਗੂ ਕਿਉਂ ਭੌਂਕੀ ਜਾਂਦਾ ਹੈ। ਇਹ ਨਾਨਕ ਨਿਰੰਕਾਰੀ ਨੇ, ਤੂੰ ਇਹਨਾਂ ਦੇ ਚਰਨ ਫੜ ਲੈ। ਤਾਂ ਫਿਰ ਬਿਸ਼ਨ ਦੱਤ ਮਹਾਰਾਜ ਦੀ ਸ਼ਰਣੀ ਪੈ ਗਿਆ ਸੀ। ਮਹਾਰਾਜ ਨੇ ਫਿਰ ਉਧਾਰ ਕੀਤਾ। ਫਿਰ ਉਹ ਜਿਹੜੇ ਸ਼ਬਦ ਉਚਾਰਨ ਕਰਕੇ ਦਿੱਤੇ ਇਸ ਨੂੰ ਬਿਸ਼ਨ ਦੱਤ ਨੂੰ, ਉਹ ਸ਼ਬਦ ਇਹਨਾਂ ਦੇ ਹੱਥ ਲੱਗੇ ਸੀ। ਇਹ ਪੋਤਰੇ ਸੀ ਉਹਦੇ।
ਇਹਨਾਂ ਦਾ ਪਿਤਾ ਦਾ ਨਾਮ ਸਿਵਰਾਮ, ਸਿਵਦੱਤ ਆਉਂਦਾ ਹੈ, ਸਿਵਲਾਲ ਆਉਂਦਾ ਹੈ। 4 ਸ਼ਲੋਕ ਪਠੇ ਸੁਖ ਦੀਨੋ। ਇਉਂ 4 ਸ਼ਲੋਕ ਪੜ੍ਹ ਕੇ ਦਿੱਤੇ ਸੀ ਸਤਿਗੁਰੂ ਮਹਾਰਾਜ ਜੀਆਂ ਨੇ ਉਚਾਰਨ ਕਰਕੇ। ਸੋ ਸ਼ਲੋਕ ਹੈ ਕੰਠ ਹਮਾਰੇ। ਵੀ ਉਹ ਸ਼ਲੋਕ ਸਾਡੇ ਜਿਹੜੇ ਦਾਦਾ ਜੀਆਂ ਨੂੰ ਦਿੱਤੇ, ਉਹਨਾਂ ਨੇ ਜਾਪ ਕੀਤਾ, ਉਹਨਾਂ ਦਾ ਕਲਿਆਣ ਹੋਇਆ। ਫਿਰ ਸਾਨੂੰ ਉਹ ਸ਼ਲੋਕ ਮਿਲੇ, ਅਸੀਂ ਵੀ ਹੁਣ ਉਹ ਕੰਠ ਕੀਤੇ ਹੋਏ ਹਨ। ਸੁਨੋ ਪ੍ਰਭੂ ਹਮ ਕਹੈ ਸੁਧਾਰੇ। ਕਿਉਂਕਿ ਜਦੋਂ ਇਹ ਬਾਣੀ ਪੜ੍ਹਦੇ ਸੀ ਨਾ, ਮਨ ਨੂੰ ਸ਼ਾਂਤੀ ਆ ਜਾਂਦੀ ਸੀ ਇਹਨਾਂ ਦੇ। ਪੜ੍ਹਦੇ ਤਾਂ ਹੋਰ ਵੀ ਵੇਦਾਂ ਨੂੰ ਬਹੁਤ ਸੀ, ਬੜੀ ਵਿਦਿਆ ਦੇ ਵਿਗਿਆਤਾ ਸਨ, ਪਰ ਜਦੋਂ ਮਹਾਰਾਜ ਦੀ ਬਾਣੀ ਪੜ੍ਹਦੇ ਸੀ ਸਾਧ ਸੰਗਤ ਜੀ, ਉਦੋਂ ਇਹਨਾਂ ਨੂੰ ਚਿੱਤ ਨੂੰ ਸ਼ਾਂਤੀ ਆ ਜਾਂਦੀ ਸੀ। ਇਸੇ ਕਰਕੇ ਮਹਾਰਾਜ ਦੇ ਚਰਨਾਂ 'ਚ ਆਏ ਸੀ। ਫਿਰ ਇਹਨਾਂ ਨੇ ਸ਼ਲੋਕ ਪੜ੍ਹ ਕੇ ਮਹਾਰਾਜ ਨੂੰ ਸੁਣਾਇਆ ਹੈ। ਪੜ੍ਹ ਪੁਸਤਕ ਅਰ ਸੰਧਿਆ ਬਾਦ। ਕਿਉਂਕਿ ਪਹਿਲੀਆਂ 4 ਪੌੜੀਆਂ ਜਦੋਂ ਸੰਸਕ੍ਰਿਤੀ ਸ਼ਲੋਕ ਆਰੰਭ ਕਰਦੇ ਨੇ, ਮਹਾਰਾਜ ਨੇ ਵੱਡਾ ਮੰਗਲਾਚਰਨ ਵੀ ਕੀਤਾ ਹੋਇਆ ਹੈ, ਅਤੇ ਫਿਰ ਇਹੀ ਮਹਾਰਾਜ ਨੇ ਉਚਾਰਨ ਕੀਤਾ ਸੀ। ਸੰਸਕ੍ਰਿਤੀ ਸ਼ਲੋਕ ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਧੰ, ਮੁਖ ਝੂਠ ਵਿਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੋ ਧੋਤੀ ਬਸਤਰ ਕਪਾਟੰ, ਜੇ ਜਾਣ ਸਬ੍ਰਹਮੰ ਕਰਮੰ, ਸਭ ਫੋਕਟ ਨਿਚੋ ਕਰਮੰ, ਕਹੋ ਨਾਨਕ ਨਿਚੋ ਧਿਆਵੈ, ਬਿਨ ਸਤਿਗੁਰ ਬਾਟ ਨ ਪਾਵੈ। ਇਉਂ ਨੇਹ ਫਲੰ ਤਸ ਜਨਮ ਸੇ, ਜਾਵਤ ਬ੍ਰਹਮ ਨ ਬਿੰਦਤ। ਇਉਂ ਮਹਾਰਾਜ ਨੇ ਰਹਿਮਤਾਂ ਕੀਤੀਆਂ ਸੀ। ਇਸ ਕਰਕੇ ਜਦੋਂ ਬਾਣੀ ਪੜ੍ਹਦੇ ਮਹਾਰਾਜ ਦੀ ਸ਼ਾਂਤੀ ਆਉਂਦੀ। ਇਹੀ ਹੁਣ 4 ਪੌੜੀਆਂ ਪੜ੍ਹ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਇਹਨਾਂ ਨੇ ਸੁਣਾਈਆਂ। ਇਹ ਵਿਦ ਭਾਖੇ ਰੂਪ ਅਨਾਦ। ਕਿਉਂ ਆਖਿਆ ਕਿ ਅਨਾਦ ਨਿਰੰਕਾਰ ਦੇ ਸਰੂਪ ਸਨ ਗੁਰੂ ਨਾਨਕ ਮਹਾਰਾਜ ਜੀ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ। ਆਪ ਕਿਰਪਾ ਕਰ ਅਵਰ ਸੋ ਕਹੋ। ਹੁਣ ਕਿਰਪਾ ਕਰਕੇ ਮਹਾਰਾਜ ਆਪ ਵੀ ਕਿਰਪਾ ਕਰੋ। ਜਿਵੇਂ ਗੁਰੂ ਨਾਨਕ ਮਹਾਰਾਜ ਜੀਆਂ ਨੇ ਸਾਡੇ ਦਾਦੇ 'ਤੇ ਕਿਰਪਾ ਕੀਤੀ, ਉਹਨਾਂ ਨੂੰ ਇਹ ਬਾਣੀ ਦੀ ਬਖਸ਼ਿਸ਼ ਕੀਤੀ, ਸਾਡੇ 'ਤੇ ਵੀ ਕਿਰਪਾ ਕਰੋ। ਸਾਨੂੰ ਵੀ ਇਸੇ ਤਰ੍ਹਾਂ ਅੰਮ੍ਰਿਤਮਈ ਬਾਣੀ ਰਚਨਾ ਕਰਕੇ ਸੰਸਕ੍ਰਿਤ ਸ਼ਲੋਕਾਂ ਦੇ ਵਿੱਚ ਸਾਡਾ ਵੀ ਜੀਵਨ ਸਫਲਾ ਕਰੋ ਜੀ। ਜਾਂਤੇ ਮੁਕਤ ਪਦਾਰਥ ਲਹੋ। ਜਿਸ ਕਰਕੇ ਅਸੀਂ ਸੰਸਾਰ ਦੇ ਵਿੱਚੋਂ ਮੁਕਤ ਹੋ ਕੇ ਜਾਈਏ, ਮੁਕਤੀ ਦਾ ਪਦਾਰਥ ਪਦ ਵੀ ਮਿਲੇ, ਆ ਜਨਮ ਮਰਨ ਦਾ ਗੀੜ ਕੱਟਿਆ ਜਾਵੇ। 4 ਸ਼ਲੋਕ ਲਿਖੇ ਗੁਰ ਸੋਊ। ਸਤਿਗੁਰੂ ਪਾਤਸ਼ਾਹ ਜੀਆਂ ਨੇ ਫਿਰ ਜਿਹੜੇ 4 ਸ਼ਲੋਕ ਇਹ ਲੈ ਕੇ ਆਏ ਸੀ, ਨਾਲ ਲਿਖੇ ਹੋਏ ਮਹਾਰਾਜ ਦੇ ਕੰਠ ਵੀ ਸਨ। ਪਹਿਲਾਂ ਇਹ 4 ਸ਼ਲੋਕ ਮਹਾਰਾਜ ਨੇ ਲਿਖੇ ਹਨ। ਫਿਰ 4 ਸ਼ਲੋਕ ਲਿਖਣ ਤੋਂ ਉਪਰੰਤ ਸ਼੍ਰੀ ਮੁਖ ਕਹਾ ਸੁਨੋ ਤੁਮ ਦੋਊ। ਫਿਰ ਮਹਾਰਾਜ ਨੇ ਆਪਣੀ ਬਾਣੀ ਉਚਾਰਨ ਕੀਤੀ। ਇਹਨਾਂ ਨੂੰ ਦੋਹਾਂ ਨੂੰ ਕਿਹਾ, ਹੁਣ ਤੁਸੀਂ ਸਰਵਣ ਕਰੋ। ਸ਼੍ਰੀ ਮੁਖ ਕਰੇ ਸ਼ਲੋਕ ਬਖਿਆਨ। ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਫਿਰ ਆਪਣੇ ਪਵਿੱਤਰ ਰਸਨਾ ਤੋਂ ਧੁਰੋਂ ਆਈ ਦਰਗਾਹੀ ਬਾਣੀ ਸੰਸਕ੍ਰਿਤੀ ਸ਼ਲੋਕ ਉਚਾਰਨ ਕੀਤੇ। 67 ਸਹੰਸ ਕਿਰਤ ਮੈਂ ਜਾਣ। ਜੋ ਮਹਾਰਾਜ ਨੇ ਕਿਰਤ ਕੀਤੀ, ਸੰਸਕ੍ਰਿਤੀ ਸ਼ਲੋਕ 67 ਲਿਖੇ, 6 ਤੇ 7। ਸੋ ਇਸ ਤਰ੍ਹਾਂ ਮਹਾਰਾਜ ਨੇ 67 ਸ਼ਲੋਕ ਉਚਾਰਨ ਕੀਤੇ। ਦੋਹਰਾ ਕਤੰਚ ਮਾਤਾ ਤੇ ਆਦ ਲੈ। ਇਸ ਤਰ੍ਹਾਂ ਕਿਉਂਕਿ ਬਾਣੀ ਬੜੀ ਮਹਿੰਗੀ ਹੈ ਮਹਾਰਾਜ ਦੀ, ਪਰ ਜਦੋਂ ਪੜ੍ਹੀਏ ਨਾ ਪ੍ਰੇਮ ਦੇ ਨਾਲ, ਫਿਰ ਸਮਝ ਵੀ ਬਹੁਤ ਸੌਖੀ ਪੈਂਦੀ ਹੈ, ਗਿਆਨ ਬਖਸ਼ਦੀ ਚਲੀ ਜਾਂਦੀ ਹੈ। ਸੰਸਕ੍ਰਿਤੀ ਸ਼ਲੋਕਾਂ ਨੂੰ ਜੇ ਆਪਾਂ ਪੜ੍ਹੀਏ, ਉਚਾਰਨ ਢੰਗ ਔਖਾ ਥੋੜ੍ਹਾ ਜਿਹਾ, ਸੰਥਿਆ ਬਿਨਾਂ ਨਹੀਂ ਆਉਂਦੀ ਹੈ। ਕਤੰਚ ਮਾਤਾ, ਕਤੰਚ ਪਿਤਾ, ਕਤੰਚ ਬਨਤਾ ਬਨੋਦ ਸੁਤੈ, ਕਤੰਚ ਹੀਤ ਮਿੱਤ ਭਰਾਤ ਬੰਧਪ, ਕਤੰਚ ਮੋਹ ਕੁਟੁੰਬਿ। ਅਤੇ ਇਉਂ ਮਹਾਰਾਜ ਨੇ ਰਚਨਾ ਆਰੰਭ ਕਰ ਦਿੱਤੀ। ਫਿਰ ਇੱਕ ਇੱਕ ਸ਼ਲੋਕ ਮਹਾਰਾਜ ਨੇ ਸੁਣਾ ਕੇ 67 ਸ਼ਲੋਕਾਂ ਦੀ ਰਚਨਾ ਕੀਤੀ, ਰਹਿਮਤ ਕਰੀ। ਗਾਥਾ ਦਿਓ ਸੁਣਾਏ। ਇਹ ਤੋਂ ਬਾਅਦ ਫਿਰ ਮਹਾਰਾਜ ਨੇ ਗਾਥਾ ਮਹੱਲਾ ਪੰਜਵਾਂ ਇਹ ਵੀ ਉਚਾਰਨ ਕੀਤਾ। ਖਾਸ ਕਰਕੇ ਇਹ ਗਾਥਾ ਮਹੱਲਾ ਪੰਜਵਾਂ ਜ਼ਿਆਦਾ ਸਾਧ ਭਾਸ਼ਾ ਵਿੱਚ ਹੈ। ਕਰਪੂਰ ਪੋਪ ਸੁਗੰਧਾ, ਪਰਸ ਮਨੁੱਖ ਹੈ ਦੇਹੰ ਮਲੀਣੰ, ਮੱਜਾ ਰੁਦਰ ਦੁਰਗੰਧਾ। ਸੋ ਇਸ ਤਰ੍ਹਾਂ ਮਹਾਰਾਜ ਇਹ ਵੀ ਉਚਾਰਨ ਕੀਤੀ। ਦੋ ਭਰਾ ਤੇ ਆਨੰਦ ਭਰੇ। ਇਹ ਦੋਏ ਭਰਾ ਬੜੇ ਆਨੰਦ ਦੇ ਵਿੱਚ ਭਰ ਗਏ, ਮਨ ਨੂੰ ਖੁਸ਼ੀ ਹੋ ਗਈ, ਕਿਉਂਕਿ ਬਾਣੀ ਸੁਣ ਕੇ, ਬਾਣੀ 'ਚ ਇਹੀ ਬਖਸ਼ਿਸ਼ ਹੈ। ਆਪਾਂ ਵੀ ਤਾਂ ਹੀ ਸੁਣਦੇ ਹਾਂ ਕਿਉਂ ਸਾਡੇ ਜੀਵਨ ਦੇ ਕਲਿਆਣਕਾਰੀ ਹੈ, ਆਨੰਦ ਦੀ ਦਾਤੀ ਹੈ, ਪਰਮਾਤਮਾ ਦੇ ਨਾਲ ਮਿਲਾਉਣ ਵਾਲੀ ਹੈ, ਪਰਮਾਤਮਾ ਦਾ ਹੀ ਰੂਪ ਹੈ, ਪਰਮੇਸ਼ਰ 'ਚ ਸਾਨੂੰ ਲੈ ਜਾਂਦੀ ਹੈ ਅੰਮ੍ਰਿਤ ਰੂਪ ਬਾਣੀ।
ਸੋ ਇਸ ਤਰ੍ਹਾਂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਰਹੇ ਚਰਨ ਲਪਟਾਏ, ਮਹਾਰਾਜ ਦੇ ਚਰਨਾਂ ਤੇ ਢਹਿ ਪੈਂਦੇ ਨੇ ਆਨੰਦ ਪ੍ਰਾਪਤ ਕੀਤਾ ਹੈ। ਸੋ ਸਲੋਕ ਗੁਰੂ ਗ੍ਰੰਥ ਲਿਖ, ਇਸ ਤਰ੍ਹਾਂ ਸਾਰੀ ਬਾਣੀ ਫਿਰ ਮਹਾਰਾਜ ਨੇ ਜੁਗੋ ਜੁਗੋ ਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਕੀਤੀ। ਵਿਪਰਨ ਦਏ ਸੁਣਾਏ, ਇਹਨਾਂ ਜੋ ਪੰਡਤਾਂ ਨੂੰ ਦੋਆਂ ਨੂੰ ਸੁਣਾਏ ਸੀ, ਕ੍ਰਿਸ਼ਨ ਲਾਲ ਤੇ ਹਰੀ ਲਾਲ ਨੂੰ। ਆਪਣ ਦੇਸ਼ ਕਲਿਆਣ ਹਿਤ, ਇਸ ਤਰ੍ਹਾਂ ਕਲਿਆਣ ਵਾਸਤੇ ਉਪਦੇਸ਼ ਦੇਣ ਵਾਸਤੇ ਜੀਵਾਂ ਦੇ ਪੰਡਤਨ ਲਿਖੇ ਬਣਾਏ। ਪੰਡਤਾਂ ਨੇ ਆਪਣੇ ਵਾਸਤੇ ਵੀ ਫਿਰ ਮਹਾਰਾਜ ਦੇ ਕੋਲੋਂ ਇਹ ਬਾਣੀ ਲਿਖ ਕੇ ਗਏ, ਆਪ ਕੰਠ ਕਰਨ ਲਈ, ਆਪਣਾ ਜਾਪ ਕਰਨ ਲਈ। ਬਹੁਰ ਉਪਮਾ ਗੁਰ ਕੀ ਕਰੀ, ਫਿਰ ਸਤਿਗੁਰੂ ਮਹਾਰਾਜ ਦੀ ਉਪਮਾ ਕਰਦੇ ਨੇ, ਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ ਦੋਹੇ ਭਰਾ। ਤੁਹੀਂ ਰਾਮ ਸ਼੍ਰੀ ਕਾਨ, ਕੀ ਆਖਿਆ ਕਿ ਆਪ ਹੀ ਰਾਮ ਕ੍ਰਿਸ਼ਨ, ਆਪ ਹੀ ਕ੍ਰਿਸ਼ਨ ਭਗਵਾਨ, ਆਪ ਹੀ ਹੋ ਸਾਰਿਆਂ ਵਿੱਚ। ਰਾਮ ਹੋਏ ਰਾਵਣ ਹਤਿਓ, ਰਾਮ ਹੋ ਕੇ ਭਾਵ ਕੇ ਆਪ ਨੇ ਰਾਵਣ ਦਾ ਦਸ਼ਟਾਂ ਦਾ ਵਿਨਾਸ਼ ਕੀਤਾ ਹੈ। ਕੁੰਭਕਰਨ ਹਤ ਪ੍ਰਾਨ, ਕੁੰਭਕਰਨ ਵਰਗਿਆਂ ਨੂੰ ਵਿਨਾਸ਼ ਆਪ ਨੇ ਕੀਤਾ ਹੈ। ਚੌਪਾਈ ਤੂੰ ਸ਼ੰਕਰ ਹਵੈ ਕਾਂਸ਼ੀ ਜਾਏ। ਇਹ ਕੰਗ ਲਾਇਆ ਜਾਂਦਾ ਹੈ, ਉਪਮਾ ਦਾ ਧਿਆਨ ਰੱਖਣਾ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬ੍ਰਹਮ ਸਰੂਪ ਹੈ। ਉਹ ਭਾਵੇਂ ਕਿਸੇ ਰੂਪ ਚ ਆਵੇ, ਉਹ ਫਿਰ ਜਦੋਂ ਦੁਸ਼ਟਾਂ ਦਾ ਨਾਸ਼ ਕਰਦਾ ਉਹਦਾ ਆਪਣਾ ਹੀ ਰੂਪ ਹੁੰਦਾ ਹੈ। ਉਪਦੇਸ਼ ਨੂੰ ਦੇਣ ਵਾਸਤੇ ਵੀ ਆਪ ਹੀ ਗੁਰੂ ਨਾਨਕ ਪਾਤਸ਼ਾਹ ਸੰਸਾਰ ਦੇ ਵਿੱਚ ਤੂੰ ਤਾਂ ਜਨਕ ਰਾਜਾ ਅਵਤਾਰ ਸਵਈਆਂ ਦੇ ਵਿੱਚ ਐਸੇ ਬਹੁਤ ਬਚਨ ਆਉਂਦੇ ਨੇ। ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਭੈ ਭਗਤੈ ਜਨ ਦੀਓ, ਸ੍ਰੀ ਨਾਨਕ ਅੰਗਦ ਗੁਰ ਅਮਰਦਾਸ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਇਹ ਕਵੀ ਜੀਆਂ ਨੇ ਭਾਵ ਉਹ ਮਹਿਮਾ ਜਿਹੜੀ ਗੁਰੂ ਦੀ, ਜੋ ਨਿਰੰਕਾਰ ਸਰੂਪ ਹੋ ਕੇ ਸੰਸਾਰ ਦੇ ਵਿੱਚ ਕੌਤਕ ਕੀਤੇ, ਉਹ ਮਹਿਮਾ ਨੂੰ ਕਵੀ ਇਹ ਆਪਣੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਫਿਰ ਮਹਾਰਾਜ ਦੀ ਉਪਮਾ ਕਰਦੇ ਹਨ। ਤਰਕ ਮੰਤਰ ਸੋ ਕਹੋ ਸੁਣਾਏ, ਇਸ ਤਰ੍ਹਾਂ ਆਪ ਨੇ ਸਿਵ ਰੂਪ ਹੋ ਕੇ ਜਿਹੜੀ ਬਨਾਰਸ ਰਚਨਾ ਵੀ ਕੀਤੀ, ਉੱਥੇ ਵੀ ਤਰਕ ਮੰਤਰ ਹੁੰਦਾ ਹੈ। ਰਾਮੈ ਨਮਹਿ ਭਾਵ ਕਿ ਮੰਨਿਆ ਜਾਂਦਾ ਹੈ ਕਿ ਸ਼ਿਵ ਜੀ ਨੇ ਬਨਾਰਸ ਦੇ ਵਿੱਚ ਤਾਰਕ ਮੰਤਰ ਦਿੱਤਾ, ਜਿਹੜਾ ਕੋਈ ਇਹਦਾ ਜਾਪ ਕਰਦਾ ਉਹਦਾ ਕਲਿਆਣ ਹੁੰਦਾ ਹੈ। ਵੀ ਇਹ ਵੀ ਤੁਸੀਂ ਆਪ ਹੀ ਰਹਿਮਤਾਂ ਕਰਨ ਵਾਲੇ ਸੀ। ਮੁਕਤ ਕਰੋ ਅਸਬੇਦ ਬਖਾਨੇ, ਫਿਰ ਸੰਸਾਰ ਦੇ ਜੀਵਾਂ ਨੂੰ ਮੁਕਤ ਕਰਨ ਵਾਸਤੇ ਵੇਦਾਂ ਦੀ ਵੀ ਰਚਨਾ ਆਪ ਹੀ ਕੀਤੀ ਹੈ। ਔਰ ਭੇਦ ਨਹੀਂ ਕੋ ਜਾਣੇ, ਇਹ ਭੇਦਾਂ ਨੂੰ ਹੋਰ ਕੋਈ ਨਹੀਂ ਜਾਣਦਾ, ਆਪ ਹੀ ਅੱਜ ਰਚਨਾ ਕਰ ਰਹੇ ਹੋ। ਤੁਮ ਚਤੁਰਾਨਨ ਜਗ ਉਪਜਾਵੋ, ਚਤੁਰਾਨਨ ਬ੍ਰਹਮਾ ਸਰੂਪ ਹੋ ਕੇ ਸੰਸਾਰ ਸ੍ਰਿਸ਼ਟੀ ਦੀ ਰਚਨਾ ਕੀਤੀ। ਵਿਸ਼ਨ ਹੋਏ ਪ੍ਰਤਿਪਾਲਨ ਲਾਵੋ, ਫਿਰ ਵਿਸ਼ਨ ਰੂਪ ਹੋ ਕੇ ਵੀ ਆਪ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦੇ ਹੋ। ਆਪ ਅਲੋਏ ਅਲੇਪ ਕਰੋ ਭਵ ਭੰਗਾ, ਇਸੇ ਤਰ੍ਹਾਂ ਹੀ ਆਪ ਸੰਸਾਰ ਨੂੰ ਲੈ ਕਰਨ ਵਾਸਤੇ ਸ਼ਿਵ ਰੂਪ ਹੋ ਕੇ ਸਾਰਿਆਂ ਨੂੰ ਸਮੀਟਣ ਵਾਲੇ ਵੀ ਆਪ ਹੀ ਨਿਰੰਕਾਰ ਸਰੂਪ ਅਭੰਗ, ਜਿਹਨੂੰ ਕੋਈ ਕੱਟ ਨਾ ਸਕੇ, ਆਪ ਨਿਰੰਕਾਰ ਹੋ। ਜਥਾ ਸੁਧ ਜਲ ਜਗ ਮੈਂ ਗੰਗਾ, ਇਸੇ ਤਰ੍ਹਾਂ ਆਪ ਬ੍ਰਹਮ ਸਰੂਪ ਹੋ, ਨਿਰਲੇਪ ਹੋ, ਜਿਵੇਂ ਗੰਗਾ ਵਗਦੀ ਹੈ। ਅਜ ਅਵਿਨਾਸੀ ਰੂਪ ਤੁਮਾਰਾ, ਇਹ ਆਪ ਜੀ ਦਾ ਜਿਹੜਾ ਰੂਪ ਹੈ ਅਜ ਅਵਿਨਾਸੀ ਸਦੀਵ ਕਾਲ ਰਹਿਣ ਵਾਲਾ ਨਿਰੰਕਾਰ, ਕਿਉਂਕਿ ਅਬਨਾਸੀ ਜੀਵਨ ਕੋ ਦਾਤਾ ਸਦੀਵ ਕਾਲ ਆਪਦਾ ਇੱਕ ਰਸ ਸਰੂਪ ਹੈ। ਕਰੋ ਰਛ ਹਮਰੀ ਕਰਤਾਰਾ, ਆਪ ਕਰਤਾਰ ਸਰੂਪ ਹੋ ਕੇ ਸਾਡੀ ਵੀ ਰੱਖਿਆ ਕਰੋ ਜੀ। ਐਸੇ ਕੈਸੋਂ ਸਰਨੀ ਪਰੇ, ਇਉਂ ਕਹਿੰਦੇ ਫਿਰ ਹਰੀ ਲਾਲ ਕ੍ਰਿਸ਼ਨ ਲਾਲ ਮਹਾਰਾਜ ਦੇ ਚਰਨਾਂ ਤੇ ਢਹਿ ਪੈਂਦੇ ਹਨ ਉਪਮਾ ਗਾਉਂਦੇ ਕਿਰਪਾ ਸਿੰਧ ਨਿਜ ਮੁਖ ਸੋਂ ਰਰੇ, ਕਿਰਪਾ ਦੇ ਸੁਆਮੀ ਸਤਿਗੁਰੂ ਮਹਾਰਾਜ ਪਵਿੱਤਰ ਮੁਖਾਰਬਿੰਦ ਤੋਂ ਬਚਨ ਕੀਤਾ ਹੈ। ਜੋ ਇੱਛਾ ਮੰਗੋ ਤੁਮ ਦੋ, ਮਹਾਰਾਜ ਕਹਿਣ ਲੱਗੇ ਜੋ ਵੀ ਇੱਛਾ ਹੈ ਤੁਸੀਂ ਹੁਣ ਸਾਡੇ ਕੋਲੋਂ ਮੰਗੋ। ਹਾਥ ਜੋਰ ਮੰਗਤ ਭੇਸੋ, ਦੋਏ ਹੱਥ ਜੋੜ ਕੇ ਕੀ ਮੰਗਿਆ ਹੈ ਬੇਨਤੀ ਕਰਦੇ ਹਨ। ਭਗਤ ਮੁਕਤ ਹਮਕੋ ਪ੍ਰਭ ਦੀਜੈ, ਸੱਚੇ ਪਾਤਸ਼ਾਹ ਜੀ ਦਿਆਲੂ ਕਿਰਪਾ ਕਰੋ ਸਾਨੂੰ ਮੁਕਤੀ ਬਖਸ਼ਿਸ਼ ਕਰ ਦਿਓ। ਭਾਵ ਆ ਜਿਹੜਾ ਜਨਮ ਮਰਨ ਦਾ ਗੇੜ ਹੈ, ਸੰਸਾਰ ਦੇ ਵਿੱਚ ਆਤਮਾ ਜੰਮੀ ਮਰੀ ਜਾਂਦੀ ਹੈ, ਤੋਂ ਮੁਕਤ ਹੋ ਜਾਈਏ। ਤੇਰੇ ਨਾਮ ਦੇ ਵਿੱਚ ਤੇਰੇ ਬ੍ਰਹਮ ਤੇਰੇ ਵਿੱਚ ਸਮਾ ਜੀਏ। ਪੂਰਨ ਇੱਛਾ ਹਮਾਰੀ ਕੀਜੈ, ਬਸ ਇਹੀ ਸਾਡੀ ਇੱਛਾ ਹੈ, ਪੂਰੀ ਕਰੋ ਜੀ। ਦੋਹਰਾ
ਤਥਾ ਸਤ ਬਚ ਸ੍ਰੀ ਗੁਰੂ ਕਹੇ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ਾਂ ਦੇ ਘਰ ਵਿੱਚ ਆ ਕੇ ਰਹਿਮਤ ਵਰਤਾ ਦਿੰਦੇ ਨੇ। ਕਹਿੰਦੇ ਠੀਕ ਹੈ, ਹਰੀ ਲਾਲ ਕ੍ਰਿਸ਼ਨ ਲਾਲ ਬਾਣੀ ਜਪੋ, ਨਾਮ ਜਪੋ, ਸਮੁਕਤ ਹੋ ਜਾਵੋਗੇ। ਸਭੈ ਦਉ ਹਰ ਖਾਏ। ਬਹੁਤ ਖੁਸ਼ ਹੋਏ ਮਹਾਰਾਜ ਤੋਂ ਵਰ ਲੈ ਕੇ। ਕਾਂਸ਼ੀ ਕੋ ਜਾਵਤ ਭਏ। ਤੇਰੇ ਦੋਏ ਵਾਪਸ ਕੰਸੀਪੁਰੀ ਨੂੰ ਮੁੜ ਜਾਂਦੇ ਹਨ। ਸ੍ਰੀ ਗੁਰੂ ਪਾਦ ਮਨਾਏ। ਮਹਾਰਾਜ ਦੇ ਚਰਨ ਮਨਾ ਕੇ ਸੇਵਾ ਕਰਕੇ ਬਖਸ਼ਿਸ਼ਾਂ ਲੈ ਕੇ ਜਬ ਪੰਡਤ ਜਾਵਤ ਭਏ। ਜਦੋਂ ਇਹ ਪੰਡਤ ਚਲੇ ਗਏ ਵਾਪਸ ਗਏ। ਅਦ ਕੇ ਹਿਰਦੈ ਸੁਖ ਮਾਨ। ਬਾਲਾ ਜਾਦੇ ਹਿਰਦੇ ਕਰਕੇ ਸੁਖ ਮੰਨਿਆ, ਆਨੰਦ ਮਾਣਿਆ। ਸਭੈ ਭਗਤ ਆਵਤ ਭਏ। ਸਾਰੇ ਭਗਤ ਮਹਾਰਾਜ ਦੇ ਚਰਨਾਂ ਵਿੱਚ ਆਏ ਹਨ। ਸ੍ਰੀ ਗੁਰੂ ਕੇ ਨਿਕਟਾਨ। ਸਤਿਗੁਰੂ ਮਹਾਰਾਜ ਦੀ ਹਜ਼ੂਰੀ ਪਹੁੰਚਦੇ ਹਾਜ਼ਰੀ ਭਰਦੇ ਨੇ। ਚੌਪਈ ਗੁਰੂ ਅਰਜਨ ਕੋ ਬੰਧਨ ਕੀਨੇ। ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰੀ, ਬੰਦਨਾ ਕਰੀ। ਬੈਠੇ ਭਗਤ ਅਦਕ ਸੁਖ ਲੀਨੇ। ਬਾਲੇ ਸੁੱਖਾਂ ਦੇ ਵਿੱਚ ਮਹਾਰਾਜ ਦੇ ਹਜ਼ੂਰੀ ਬੈਠੇ। ਕਿਉਂਕਿ ਹੁਣ ਭਗਤ ਕਬੀਰ ਜੀ ਤੇ ਬਾਬਾ ਫਰੀਦ ਜੀ ਦੇ ਸ਼ਲੋਕ, ਪਰ ਉਦੋਂ ਪਹਿਲਾਂ ਚੌਬੁੱਲੀ ਮਹੱਲਾ ਪੰਜਵਾਂ 4 ਗੁਰਸਿੱਖਾਂ ਦੀ ਬਾਣੀ ਵੀ ਉਚਾਰਨ ਕੀਤੀ ਹੋਈ ਹੈ। ਇਉਂ ਫਿਰ ਭਗਤਾਂ ਨੇ ਮਹਾਰਾਜ ਦੇ ਚਰਨ ਪਰਸੇ। ਭਗਤਨ ਕੋ ਤਵ ਬੰਧਨ ਕੀਨੀ। ਭਗਤਾਂ ਨੂੰ ਬੰਧਨ ਭਾਵ ਕੇ ਬੰਧਨ ਕੀਤੀ ਹੈ। ਭਾਈ ਜੀ ਅਤ ਹੋਏ ਅਧੀਨੀ। ਭਾਈ ਗੁਰਦਾਸ ਜੀਆਂ ਨੇ ਸਾਰੇ ਭਗਤਾਂ ਨੂੰ ਨਮਸਕਾਰ ਕੀਤੀ ਬੜੀ ਨਿਮਰਤਾ ਨਾਲ। ਭਗਤਨ ਕਾ ਗੁਰ ਆਦਰ ਕੀਨਾ। ਸਤਿਗੁਰਾਂ ਨੇ ਬੜਾ ਆਦਰ ਸਤਿਕਾਰ ਕੀਤਾ ਹੈ ਭਗਤਾਂ ਦਾ। ਜਥਾ ਜੋਗ ਸਭ ਆਸਣ ਦੀਨਾ। ਜਥਾ ਜੋਗ ਸਾਰਿਆਂ ਨੂੰ ਆਸਣ ਦਿੱਤੇ ਹਨ, ਕਿਉਂਕਿ ਬਾਣੀ ਸੰਪੂਰਨ ਹੋ ਰਹੀ ਸੀ। ਚਰਚਾ ਭਈ ਅਨੇਕ ਪ੍ਰਕਾਰਾ। ਅਨੇਕਾਂ ਪ੍ਰਕਾਰ ਦੀ ਚਰਚਾ ਹੋਈ ਹੈ। ਨਿਰਗੁਣ ਸਰਗੁਣ ਰੂਪ ਅਪਾਰਾ। ਕਿਉਂਕਿ ਜੋ ਨਿਰੰਕਾਰ ਦਾ ਸਰੂਪ ਹੈ, 2 ਰੂਪਾਂ ਦੇ ਵਿੱਚ ਹੈ। ਇੱਕ ਸਰਗੁਣ ਸਰੂਪ ਹੈ, ਇੱਕ ਨਿਰਗੁਣ ਹੈ। ਪਰ ਜਦੋਂ ਆਪਾਂ ਸੁਖਮਨੀ ਸਾਹਿਬ ਜੀ ਦਾ ਜਾਪ ਕਰਦੇ ਹਾਂ ਤਾਂ ਮਹਾਰਾਜ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ 3 ਰੂਪ ਬਿਆਨ ਕੀਤੇ ਨੇ। ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਫਿਰ ਜਾਪ। ਕਿਉਂਕਿ ਤੀਜਾ ਰੂਪ ਨਿਰੰਕਾਰ ਉਹ ਨਿਰਾਲਾ ਜਿਹੜਾ ਨਿਰਲੇਪ ਰੂਪ ਨੂੰ ਵੀ ਬਿਆਨ ਕੀਤਾ ਮਹਾਰਾਜ। ਕਿਉਂਕਿ ਨਿਰੰਕਾਰ ਤੋਂ ਹੀ ਪਹਿਲਾਂ ਸਰਗੁਣ ਰੂਪ ਬਣਿਆ, ਸਰਗੁਣ ਤੋਂ ਫਿਰ ਨਿਰਾਕਾਰ ਰੂਪ ਬਣਿਆ, ਨਿਰਗੁਣ ਰੂਪ ਬਣਿਆ। ਪਰ ਜਦੋਂ ਸਰਗੁਣ ਨਿਰਗੁਣ ਦੋਏ ਰੂਪ ਇੱਕ ਹੋ ਜਾਂਦੇ ਨੇ ਤਾਂ ਨਿਰੰਕਾਰ ਹੋ ਜਾਂਦਾ ਹੈ। ਇਸ ਕਰਕੇ 3 ਰੂਪ ਬਿਆਨ ਕੀਤੇ ਮਹਾਰਾਜ ਨੇ। ਇਉਂ ਭਗਤਾਂ ਨਾਲ ਵੀ ਇਹ ਸਰਗੁਣ ਨਿਰਗੁਣ ਦੀ ਚਰਚਾ ਹੋਈ। ਕਿਉਂ ਬਹੁਤ ਭਗਤਾਂ ਨੇ ਸਰਗੁਣ ਸਰੂਪ ਵਿੱਚ ਪਰਮੇਸ਼ਰ ਦੇ ਦੀਦਾਰ ਕੀਤੇ, ਫਿਰ ਨਾਮ ਜਪ ਕੇ ਫਿਰ ਨਿਰਗੁਣ ਪਦਵੀ ਪਾਈ ਹੈ। ਕਿਰਪਾ ਸਿੰਧ ਅਤ ਸਹਿ ਸੁਖ ਪਾਈ। ਬਹੁਤ ਸੁਖ ਪਾਇਆ ਕਿਰਪਾ ਦੀ ਸਮੁੰਦਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚੋਂ। ਭਾਈ ਕੋ ਅਸ ਕਹਾ ਸੁਨਾਈ। ਫਿਰ ਮਹਾਰਾਜ ਭਾਈ ਗੁਰਦਾਸ ਜੀਆਂ ਨੂੰ ਵੀ ਕਹਿੰਦੇ ਨੇ, ਜਦੋਂ ਭਗਤਾਂ ਦੇ ਸ਼ਲੋਕ ਲਿਖੇ ਗਏ ਦੋਏ ਬਾਬਾ ਫਰੀਦ ਜੀਆਂ ਦੇ, ਤਾਂ ਉਪਰੰਤ ਫਿਰ ਇਹ ਭਗਤਾਂ ਦੀ ਵੀ ਗੱਲ, ਭਾਈ ਗੁਰਦਾਸ ਜੀ ਦੀ ਗੱਲ ਚੱਲ ਪੈਂਦੀ ਹੈ। ਦੋਏ ਜਾਮ ਤੁਮ ਇਹਾਂ ਸੁਰ ਹੋ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਤੁਸੀਂ ਇਹਨਾਂ ਦੇ ਕੋਲ ਇੱਥੇ ਰਹੋ। ਬੋਰੋ ਆਪਣੀ ਬਾਣੀ ਕਹੋ। ਨਾਲੇ ਫਿਰ ਆਪਣੀ ਬਾਣੀ ਵੀ ਸਾਨੂੰ ਸੁਣਾਓ। ਦੇਖੈ ਹਮ ਲਿਆਵੋ ਸੁਖ ਪਾਏ। ਤੂੰ ਲੈ ਕੇ ਆ ਜਿਹੜੀ ਤੂੰ ਬਾਣੀ ਉਚਾਰਨ ਕਰਦਾ, ਅਸੀਂ ਉਹ ਵੀ ਦੇਖੀਏ। ਸਤ ਬਚਨ ਭਾਈ ਪ੍ਰਗਟਾਏ। ਭਾਈ ਗੁਰਦਾਸ ਜੀਆਂ ਨੇ 7 ਬਚਨ ਆਖ ਕਰਕੇ ਜਾਏ ਸਤਾਵ ਮਨੈ ਸੁਖ ਪਾਇਓ। ਬੜਾ ਮਨ ਦੇ ਵਿੱਚ ਸੁਖ ਪਾਇਆ ਕਿ ਸਤਿਗੁਰਾਂ ਨੇ ਬਾਣੀ ਮੰਗੀ ਹੈ। ਜਿਤਨੀ ਬਾਣੀ ਥੀ ਲੈ ਆਇਓ। ਜਿੰਨੀ ਰਚਨਾ ਕੀਤੀ ਸੀ ਸਾਰੀ ਬਾਣੀ ਲੈ ਆਏ ਭਾਈ ਗੁਰਦਾਸ ਜੀ। ਦੋਹਰਾ ਦਿਖ ਪ੍ਰਸੰਨ ਸਤਿਗੁਰ ਭਏ। ਸਤਿਗੁਰੂ ਮਹਾਰਾਜ ਭਾਈ ਗੁਰਦਾਸ ਦੀਆਂ 12 ਜੋ ਬਾਣੀ ਲੈ ਕੇ ਆਏ ਰਚਨਾ ਦੇਖ ਕੇ ਬੜੇ ਖੁਸ਼ ਹੁੰਦੇ ਹਨ। ਭਗਤ ਸਭੈ ਹਰਿ ਖਾਏ। ਤੇ ਭਗਤ ਵੀ ਬੜੇ ਖੁਸ਼ ਹੋਏ ਬਾਣੀ ਪਰ ਭਾਈ ਗੁਰਦਾਸ ਜੀ ਦੇਖ ਕਰਕੇ ਸੁਣ ਕੇ। ਸ੍ਰੀ ਮੁਖ ਤਬ ਸ੍ਰੀ ਗੁਰ ਕਹਾ। ਸਤਿਗੁਰੂ ਮਹਾਰਾਜ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬਚਨ ਕਰਦੇ ਨੇ। ਭਾਈ ਕੋ ਸੁਖ ਪਾਏ। ਭਾਈ ਗੁਰਦਾਸ ਜੀ ਨੂੰ ਆਖਿਆ ਹੈ ਨਿਜ ਬਾਣੀ ਚਾੜੋ ਤੁਮੈ। ਮਹਾਰਾਜ ਕਹਿੰਦੇ ਕਿ ਭਾਈ ਗੁਰਦਾਸ ਤੇਰੀ ਬਾਣੀ ਵੀ ਚਾੜ ਦਈਏ। ਗੁਰੂ ਗ੍ਰੰਥ ਜੀ ਮਾਹੇ। ਗ੍ਰੰਥ ਸਾਹਿਬ ਜੀਆਂ ਦੇ ਵਿੱਚ ਨਰ ਨਾਰੀ ਜੋ ਪੜੈ। ਜਿਹੜਾ ਵੀ ਕੋਈ ਤੇਰੀ ਬਾਣੀ ਪੜੂਗਾ ਮੁਕਤ ਭੁਗਤ ਫਲ ਪਾਹੇ। ਮੁਕਤੀ ਤੇ ਭੁਗਤੀ ਦੀ ਦਾਤ ਪ੍ਰਾਪਤ ਹੋਵੇਗੀ। ਚੌਪਈ ਹਾਥ ਜੋੜ ਭਾਈ ਹੋਏ ਦੀਨ। ਭਾਈ ਗੁਰਦਾਸ ਜੀਆਂ ਨੇ 2 ਹੱਥ ਜੋੜ ਕੇ ਬੇਨਤੀ ਕੀਤੀ। ਭਾਖੇ ਬਚਨ ਨਿਮਰ ਆਧੀਨ। ਬੜੀ ਨਿਮਰਤਾ ਦੇ ਨਾਲ ਅਧੀਨਗੀ ਦੇ ਨਾਲ ਬੇਨਤੀ ਕਰਦੇ ਨੇ। ਸਾਹਿਬ ਤਖਤ ਸੇਵਕ ਭੂਮ ਲਾਇਕ। ਕੀ ਆਖਿਆ ਮਹਾਰਾਜ ਆਪ ਮਾਲਿਕ ਹੋ, ਮੈਂ ਦਾਸ ਹਾਂ, ਮੈਂ ਦਾਸ ਨੀਚੇ ਠੀਕ ਹਾਂ।
ਸਾਹਿਬ ਮਾਲਕ ਤਖਤ ਤੇ ਬਿਰਾਜਮਾਨ ਹੁੰਦੇ ਨੇ। ਦਾਸਨ ਦਾਸ ਦਾਸ ਹਮ ਪਾਇਕ। ਮੈਂ ਆਪ ਜੀ ਦੇ ਦਾਸਾਂ ਦਾ ਦਾਸ, ਉਦੋਂ ਵੀ ਦਾਸਾਂ ਦਾ ਦਾਸ ਹਾਂ, ਆਪਣੇ ਚਰਨਾਂ ਦੇ ਵਿੱਚ ਰੱਖੋ। ਕਹਿ ਪਟ ਬੀਜਨ ਕਹਿ ਰਵ ਜੋਤ। ਕਿਥੇ ਸੂਰਜ ਦੀ ਰੋਸ਼ਨੀ ਹੈ, ਕਿਥੇ ਪਟਬੀਜ ਨੇ ਟਟੈਣੇ ਦੀ ਰੋਸ਼ਨੀ ਹੈ, ਚਮਕ ਹੈ। ਸਾਹਿਬ ਸਮ ਸਰਦਾਸ ਨ ਹੋਤ। ਮਹਾਰਾਜ ਮੈਂ ਦਾਸ ਆਪ ਜੀ ਦੇ ਬਰਾਬਰ ਨਹੀਂ ਹੋ ਸਕਦਾ। ਗੁਰਬਾਣੀ ਸੰਸਰ ਕਿਮ ਪਾਵੈ। ਮੈਂ ਗੁਰਬਾਣੀ ਦੀ ਬਰਾਬਰਤਾ ਕਿਵੇਂ ਕਰ ਸਕਦਾ ਹਾਂ ਦਾਸ। ਸੇਵਕ ਬਾਣੀ ਅਲਪ ਕਹਾਵੈ। ਕਿਉਂਕਿ ਸੇਵਕ ਦੀ ਬਾਣੀ ਤਾਂ ਅਲਪ ਛੋਟੀ ਹੀ ਕਹਾਉਂਦੀ ਹੈ। ਤੀਨ ਬਾਰ ਸ੍ਰੀ ਮੁਖ ਬਚ ਕਹਾ। 3 ਵਾਰੀ ਮਹਾਰਾਜ ਦੇ ਬਚਨ ਹੋਏ। ਭਾਈ ਅਲਪ ਤਾਹੇ ਕੋ ਲਹਾ। ਪਰ ਭਾਈ ਗੁਰਦਾਸ ਜੀ ਨੇ ਆਪਣੇ ਆਪ ਨੂੰ ਨਿਰਮਾਣਤਾ ਦੇ ਵਿੱਚ ਹੀ ਰੱਖਿਆ ਹੈ। ਅਤ ਪ੍ਰਸੰਨ ਸ੍ਰੀ ਸਤਿਗੁਰੂ ਹੋਏ। ਮਹਾਰਾਜ ਬੜੇ ਖੁਸ਼ ਹੋਏ ਭਾਈ ਗੁਰਦਾਸ ਜੀਆਂ ਤੋਂ ਸੁਣ ਕੇ। ਦੀਨੋ ਵਰ ਭਾਈ ਰੁਚ ਜੋਏ। ਮਹਾਰਾਜ ਨੇ ਫਿਰ ਵਰ ਦਿੱਤਾ ਹੈ ਭਾਈ ਗੁਰਦਾਸ ਦੀ ਬਾਣੀ ਨੂੰ। ਭਾਈ ਜੀ ਸੁਣੀਏ ਨਿਰਧਾਰ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਨਿਰਣਾ ਕਰਕੇ ਸੁਣੋ। ਤੁਮਰੀ ਬਾਣੀ ਅਪਰ ਅਪਾਰ। ਆਪ ਜੀ ਦੀ ਬਾਣੀ ਵੀ ਪਾਰਾਵਾਰ ਤੋਂ ਰਹਿਤ ਹੀ ਹੈ। ਮਨੋ ਗ੍ਰੰਥ ਕੋ ਟੀਕਾ ਭਇਓ। ਇਉਂ ਮਾਨੋ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੰਦਾ ਹੈ, ਇਹ ਕੁੰਜੀ ਹੈ। ਇਉਂ ਕਹਿ ਰਹੇ ਨੇ ਵੀ ਇਹ ਟੀਕਾ ਹੈ। ਟੀਕਾ ਹੁੰਦਾ ਕਿ ਉਹਦੇ ਅਰਥ ਕਰਕੇ ਦੱਸਣੇ। ਜੈ ਪੜੇ ਦੁਖ ਸਗਲਾ ਗਿਓ। ਜਿਹੜਾ ਪੜੂਗਾ ਉਹਦੇ ਸਾਰੇ ਦੁੱਖ ਦੂਰ ਹੋਣਗੇ। ਦੋਹਰਾ ਜੀਵ ਟੁੱਟੇ ਕੋ ਮੇਲ ਹੈ। ਟੁੱਟਿਆਂ ਹੋਇਆਂ ਨੂੰ ਮੇਲੂਗੀ ਤੇਰੀ ਬਾਣੀ। ਤੁਮ ਬਾਣੀ ਨਿਰਧਾਰ। ਇਹ ਤੇਰੀ ਬਾਣੀ ਦੇ ਵਿੱਚ ਨਿਰਣਤ ਕੀਤਾ ਹੋਇਆ ਹੈ। ਸਿੱਖੀ ਪ੍ਰਾਪਤ ਹੋਏ ਤੈ। ਇਉਂ ਮਾਨੋ ਜਿਹੜੇ ਭਾਈ ਗੁਰਦਾਸ ਜੀ ਤੇਰੀ ਬਾਣੀ ਪੜ੍ਹਨਗੇ ਉਹਨਾਂ ਨੂੰ ਸਿੱਖੀ ਦੀ ਪ੍ਰਾਪਤੀ ਹੋ ਜਾਵੇਗੀ। ਜੋ ਪੜੈ ਹਿਤ ਧਾਰ। ਜਿਹੜਾ ਕੋਈ ਪ੍ਰੇਮ ਦੇ ਨਾਲ ਪੜੂ ਜਨਮ ਮਰਨ ਸੰਸਾ ਮਿਟੈ। ਜਨਮ ਮਰਨ ਦੇ ਸੰਸੇ ਮਿਟ ਜਾਣਗੇ। ਤੁਮ ਬਾਣੀ ਪ੍ਰਤਾਪ। ਤੇਰੀ ਬਾਣੀ ਦਾ ਇਹ ਮਹਾਨ ਪ੍ਰਤਾਪ ਹੋ ਜਾਣਾ ਹੈ। ਐਸੇ ਕਹਿ ਦਸਖਤ ਕਰੇ। ਇਉਂ ਕਹਿੰਦਿਆਂ ਹੋਇਆਂ ਸਤਿਗੁਰੂ ਮਹਾਰਾਜ ਨੇ ਦਸਖਤ ਕੀਤੇ। ਤਿਸੀ ਯਾਦ ਗੁਰ ਆਪ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਭਾਈ ਗੁਰਦਾਸ ਦੀ ਬਾਣੀ ਨੂੰ ਕੁੰਜੀ ਮੰਨਿਆ ਜਾਂਦਾ ਹੈ। ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿੰਦਾ ਰੂਪ ਨੇ। ਕਿਉਂਕਿ ਬਹੁਤ ਅਰਥ ਬਾਣੀ ਭਾਈ ਗੁਰਦਾਸ ਦੀ ਪੜ੍ਹ ਕੇ ਖੁੱਲ੍ਹਦੇ ਨੇ। ਸੋ ਇਸ ਤਰ੍ਹਾਂ ਭਾਵੇਂ ਕਵੀ ਜੀ ਨੇ ਇਸ ਤਰ੍ਹਾਂ ਲਿਖਿਆ, ਪਰ ਕਈ ਵਾਰੀ ਕੁਛ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਭਾਈ ਗੁਰਦਾਸ ਨੇ ਆਪ ਬੇਨਤੀ ਕੀਤੀ ਸੀ। ਫਿਰ ਮਹਾਰਾਜ ਨੇ ਸੁਪਨੇ ਦੇ ਵਿੱਚ ਕੌਤਕ ਦਿਖਾ ਕੇ ਦਰਸਾਇਆ ਸੀ ਕਿ ਤੇਰੀ ਬਾਣੀ ਭਾਈ ਗੁਰਦਾਸ ਕੁੰਜੀ ਹੈ, ਪਰ ਇਹ ਤੁਰਕੀ ਬਾਣੀ ਹੈ, ਇਹ ਜਿੰਦਾ ਹੈ। ਸੋ ਆਓ ਇਉਂ ਮਹਾਰਾਜ ਬਾਣੀ ਲਿਖਾਉਂਦੇ ਜਾ ਰਹੇ ਨੇ। ਅਗਲਾ ਪ੍ਰਸੰਗ ਕੱਲ੍ਹ ਨੂੰ ਸਰਵਣ ਕਰਨਾ। ਹੋਈਆਂ ਭੁੱਲਾਂ ਮਾਫ ਕਰਨੀਆਂ ਜੀ। ਜਨਮ ਮਰਨ ਸੰਸਾ ਮਿਟੈ ਤੁਮ ਬਾਣੀ ਪ੍ਰਤਾਪ। ਐਸੇ ਕਹਿ ਦਸਖਤ ਕਰੇ ਤਿਸੀ ਯਾਦ ਗੁਰ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।